ਹੁਣ ਅਸੀਂ ਤੁਰੀ ਵਜਾਉਣ ਦੇ ਪਰਵ ਦੀ ਪਵਿੱਤਰ ਸਭਾ ਦੀ ਦੁਪਹਿਰ ਦੀ ਆਰਾਧਨਾ ਲਈ ਇੱਕ ਵਾਰ ਫਿਰ ਤੋਂ ਮਿਲੇ ਹਾਂ। ਇਸ ਦੁਪਹਿਰ ਆਓ ਅਸੀਂ ਮਾਤਾ ਅਤੇ ਲਹੂ ਨਾਲ ਸਥਾਪਿਤ ਨੇਮ ਸਿਰਲੇਖ ਉਪਦੇਸ਼ ਨਾਲ ਬਾਈਬਲ ਰਾਹੀਂ ਪਰਮੇਸ਼ਰ ਦੀ ਇੱਛਾ ਦਾ ਅਧਿਐਨ ਕਰਨ ਲਈ ਕੁਝ ਸਮਾਂ ਲਈਏ। ਇੱਕ ਕਹਾਵਤ ਹੈ, ਜੇਕਰ ਕੋਈ ਦੁਨੀਆ ਵਿੱਚ ਸਭ ਤੋਂ ਮਹਾਨ ਬਲੀਦਾਨ ਦੀ ਖੋਜ ਕਰੇ ਤਾਂ ਉਹ ਇੱਕ ਮਾਤਾ ਦੇ ਜੀਵਨ ਵਿੱਚ ਪਾਇਆ ਜਾਵੇਗਾ। ਮਨੁੱਖ ਜਾਤੀ ਦੇ ਪੂਰੇ ਇਤਿਹਾਸ ਵਿੱਚ ਮਾਵਾਂ ਦੇ ਜੀਵਨ ਵਿੱਚ ਲੁਕੇ ਹੋਏ ਮਹਾਨ ਬਲੀਦਾਨ ਦੀਆਂ ਕਹਾਣੀਆਂ ਮੁੱਖ ਰੂਪ ਨਾਲ ਕਈ ਲੋਕਾਂ ਦੁਆਰਾ ਦੇਸ਼ਾਂ ਅਤੇ ਸੀਮਾਵਾਂ ਤੋਂ ਪਾਰ ਚਲੇ ਗਈਆਂ ਹਨ। ਫਿਰ ਨਾ ਸਿਰਫ ਸਾਡੇ ਸਰੀਰਕ ਜੀਵਨ ਵਿੱਚ ਸਗੋਂ ਸਾਡੇ ਆਤਮਿਕ ਜੀਵਨ ਵਿੱਚ ਵੀ ਆਓ ਅਸੀਂ ਅੱਜ ਬਾਈਬਲ ਦੁਆਰਾ ਇਹ ਮੁਕਤੀ ਲਈ ਸਵਰਗੀ ਮਾਤਾ ਜੀ ਦੇ ਮਹਾਨ ਅਤੇ ਬਲੀਦਾਨ ਭਰੇ ਜੀਵਨ ਨੂੰ ਜਾਣੀਏ। ਸਾਨੂੰ ਬਚਾਉਣ ਲਈ ਜਿਨ੍ਹਾਂ ਨੇ ਸਵਰਗ ਵਿੱਚ ਪਾਪ ਕੀਤਾ ਅਤੇ ਧਰਤੀ ਉੱਤੇ ਸੁੱਟੇ ਗਏ, ਮਾਤਾ ਜੀ ਨੇ ਸਾਡੇ ਨਾਲ ਸਰੀਰ ਧਾਰਨ ਕੀਤਾ। ਉਹਨਾਂ ਨੇ ਸਵਰਗ ਦੀ ਵਡਿਆਈ ਅਤੇ ਸਿੰਹਾਸਨ ਨੂੰ ਪਿੱਛੇ ਛੱਡ ਦਿੱਤਾ ਅਤੇ ਇਸ ਧਰਤੀ ਉੱਤੇ ਸਾਡੇ ਨਾਲ ਸਿਉਣ ਦੀਆਂ ਸੰਤਾਨਾਂ ਨੂੰ ਉਤਸੁਕਤਾ ਨਾਲ ਲੱਭ ਰਹੀ ਹੈ। ਸਾਨੂੰ ਸੰਤਾਨਾਂ ਨੂੰ ਮਾਤਾ ਦੇ ਚਿੰਤਿਤ ਦਿਲ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ। ਪਤਝੜ ਦੇ ਪਰਵ ਤੁਰੀ ਵਜਾਉਣ ਦੇ ਪਰਵ ਤੋਂ ਸ਼ੁਰੂ ਹੁੰਦੇ ਹਨ ਅਤੇ ਪ੍ਰਾਸ਼ਚਿਤ ਦਾ ਦਿਨ ਜੋ ਪ੍ਰਾਸ਼ਚਿਤ ਦਾ ਪਰਵ ਹੈ ਅਤੇ ਇਸ ਤੋਂ ਬਾਅਦ ਡੇਰਿਆਂ ਦਾ ਪਰਵ ਆਉਂਦਾ ਹੈ ਜੋ ਵਾਢੀ ਕਰਨ ਅਤੇ ਪ੍ਰਾਸ਼ਚਿਤ ਤੇ ਪਰਮੇਸ਼ਰ ਦੇ ਬਚਨ ਬਾਰੇ ਪ੍ਰਚਾਰ ਕਰਨ ਦਾ ਪਰਵ ਹੈ। ਪੁਰਾਣੇ ਨੇਮ ਵਿੱਚ ਬਾਈਬਲ ਵਿੱਚ ਲੁਕੇ ਮਾਤਾ ਦੇ ਬਲੀਦਾਨ ਨੂੰ ਪ੍ਰਗਟ ਕਰਨ ਲਈ ਜਦੋਂ ਲੋਕ ਪਰਮੇਸ਼ਰ ਨੂੰ ਪਾਪ ਬਲੀ ਦੇ ਰੂਪ ਵਿੱਚ ਬਲੀਦਾਨ ਚੜਾਉਂਦੇ ਸੀ, ਪਰਮੇਸ਼ਰ ਨੇ ਖਾਸ ਤੌਰ ਤੇ ਨਰ ਪਸ਼ੂਆਂ ਅਤੇ ਮਾਦਾ ਪਸ਼ੂਆਂ ਵਿਚਕਾਰ ਅੰਤਰ ਕੀਤਾ। ਹਰ ਇੱਕ ਜਾਨਵਰ ਲਈ ਪਰਮੇਸ਼ਰ ਨੇ ਇਸ ਸਬੰਧ ਵਿੱਚ ਇੱਕ ਆਦੇਸ਼ ਦਿੱਤਾ ਕਿ ਬਲੀਦਾਨ ਇੱਕ ਨਰ ਪਸ਼ੂ ਹੋਣਾ ਚਾਹੀਦਾ ਹੈ ਜਾਂ ਮਾਦਾ ਪਸ਼ੂ ਹੋਣਾ ਚਾਹੀਦਾ ਹੈ, ਜਿਵੇਂ ਕਿ ਇੱਕ ਬੱਕਰੀ, ਬੱਕਰਾ, ਮਾਦਾ ਭੇਡ ਜਾਂ ਛਤਰਾ। ਪੁਰਾਣੇ ਨੇਮ ਵਿੱਚ ਪਰਮੇਸ਼ਰ ਨੂੰ ਚੜਾਏ ਗਏ ਸਾਰੇ ਬਲੀਦਾਨ ਜਿਵੇਂ ਕਿ ਛਤਰੇ, ਬੱਕਰੇ, ਮਾਦਾ ਭੇਡਾਂ, ਬੱਕਰੀਆਂ, ਬੈਲ ਅਤੇ ਵੱਛੀ ਜੋ ਪਾਪ ਬਲੀ ਲਈ ਬਲੀਦਾਨ ਕੀਤੇ ਜਾਂਦੇ ਸੀ, ਉਹ ਨਵੇਂ ਨੇਮ ਵਿੱਚ ਸਾਰੇ ਮਸੀਹ ਨੂੰ ਦਰਸਾਉਣ ਦੇ ਤਰੀਕੇ ਦੇ ਰੂਪ ਵਿੱਚ ਮਨੁੱਖ ਜਾਤੀ ਨੂੰ ਦਿੱਤੇ ਗਏ ਸੀ। ਇਹ ਸੋਚੀਏ ਤਦ ਸਿਰਫ ਨਰ ਪਸ਼ੂਆਂ ਨੂੰ ਬਲੀ ਚੜਾਉਣਾ ਸੁਭਾਵਿਕ ਲੱਗਦਾ ਹੈ। ਹਾਲਾਂਕਿ ਪੁਰਾਣੇ ਨੇਮ ਵਿੱਚ ਲਿਖਿਆ ਹੈ ਕਿ ਨਾ ਸਿਰਫ ਨਰ ਪਸ਼ੂ ਹੈ ਸਗੋਂ ਮਾਦਾ ਪਸ਼ੂ ਵੀ ਹਨ ਜਿਨ੍ਹਾਂ ਨੂੰ ਪਾਪ ਬਲੀ ਲਈ ਬਲੀਦਾਨ ਕੀਤਾ ਜਾਂਦਾ ਸੀ। ਇਹ ਸਾਨੂੰ ਪਰਛਾਵੇਂ ਦੇ ਰੂਪ ਵਿੱਚ ਦਿਖਾਇਆ ਗਿਆ ਹੈ। ਤਦ ਇਸ ਵਿੱਚ ਪਰਮੇਸ਼ਰ ਦੀ ਇੱਛਾ ਕੀ ਹੈ ਅਤੇ ਉਹ ਕੀ ਚਾਹੁੰਦੇ ਹਨ ਕਿ ਅਸੀਂ ਨਵੇਂ ਨੇਮ ਦੇ ਸਮੇਂ ਵਿੱਚ ਜਾਣੀਏ। ਪਰਮੇਸ਼ਰ ਚਾਹੁੰਦੇ ਹਨ ਕਿ ਅਸੀਂ ਪਿਤਾ ਪਰਮੇਸ਼ਰ ਅਤੇ ਮਾਤਾ ਪਰਮੇਸ਼ਰ ਦੇ ਬਲੀਦਾਨ ਨੂੰ ਜਾਣੀਏ ਜੋ ਸਾਡੀ ਮੁਕਤੀ ਲਈ ਮੁਕਤੀ ਦਾਤਾ ਦੇ ਰੂਪ ਇਸ ਧਰਤੀ ਉੱਤੇ ਆਏ। ਜਿਵੇਂ ਅਸੀਂ ਪਹਿਲਾਂ ਹੀ ਬਾਈਬਲ ਦੁਆਰਾ ਅਧਿਐਨ ਕਰ ਚੁੱਕੇ ਹਾਂ, ਪਰਮੇਸ਼ਰ ਨੇ ਪੁਰਾਣੇ ਨੇਮ ਵਿੱਚ ਮੂਸਾ ਦੀ ਵਿਵਸਥਾ ਵਿੱਚ ਬਲੀਦਾਨਾਂ ਦੁਆਰਾ ਸਾਨੂੰ ਆਪਣੇ ਬਲੀਦਾਨ ਨੂੰ ਜਾਣਨ ਦਿੱਤਾ ਹੈ। ਇਸ ਤਰ੍ਹਾਂ ਬਿਨਾਂ ਕਿਸੇ ਬਲੀਦਾਨ ਦੇ ਨੇਮ ਸਥਾਪਿਤ ਨਹੀਂ ਕੀਤਾ ਜਾ ਸਕਦਾ। ਜੇਕਰ ਅਸੀਂ ਸਬਤ ਦੇ ਦਿਨ ਦਾ ਅਰਥ ਮਹਿਸੂਸ ਕੀਤੇ ਬਿਨਾਂ ਉਸ ਨੂੰ ਮਨਾਉਂਦੇ ਹਾਂ, ਅਰਥ ਸਮਝੇ ਬਿਨਾਂ ਪ੍ਰਾਰਥਨਾ ਦੇ ਸਮੇਂ ਵਿੱਚ ਪ੍ਰਾਰਥਨਾ ਕਰਦੇ ਹਾਂ, ਇਹ ਸੋਚਦੇ ਹੋਏ ਅਰਥ ਜਾਣੇ ਬਿਨਾਂ ਪਰਬਾਂ ਵਿੱਚ ਹਿੱਸਾ ਲੈਂਦੇ ਹਾਂ ਕਿ ਪਰਮੇਸ਼ਵਰ ਨੇ ਸਾਡੇ ਲਈ ਮੂਸਾ ਦੇ ਸਮੇਂ ਦੇ ਕੰਮ ਨੂੰ ਯਾਦ ਰੱਖਣ ਲਈ ਪਰਬ ਸਥਾਪਿਤ ਕੀਤੇ। ਜੇਕਰ ਅਸੀਂ ਸਿਰਫ ਇਸ ਹੱਦ ਤੱਕ ਸਮਝਦੇ ਹਾਂ ਤਦ ਅਸੀਂ ਪਿਤਾ ਦੇ ਪਵਿੱਤਰ ਬਲੀਦਾਨ ਅਤੇ ਮਾਤਾ ਦੇ ਪਵਿੱਤਰ ਮਾਰਗ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ ਜੋ ਸਾਨੂੰ ਬਚਾਉਣ ਲਈ ਇਸ ਧਰਤੀ ਉੱਤੇ ਆਏ ਸੀ, ਜਿਨ੍ਹਾਂ ਨੇ ਸਵਰਗ ਵਿੱਚ ਪਾਪ ਕੀਤਾ ਸੀ ਅਤੇ ਇਸ ਧਰਤੀ ਉੱਤੇ ਸੁੱਟ ਦਿੱਤੇ ਗਏ ਸੀ। ਅਤੇ ਅਸੀਂ ਉਸ ਪਿਆਰ ਨੂੰ ਨਹੀਂ ਸਮਝ ਸਕਦੇ ਜੋ ਉਹਨਾਂ ਵਿੱਚ ਹੈ, ਪਰ ਇਸ ਨੂੰ ਸਿਰਫ ਇੱਕ ਰਸਮੀਤਾ ਅਤੇ ਨਿਯਮ ਦੇ ਇਲਾਵਾ ਕੁਝ ਵੀ ਨਹੀਂ ਸਮਝਦੇ ਹਾਂ। ਪਿਤਾ ਅਤੇ ਮਾਤਾ ਦਾ ਬਲੀਦਾਨ ਉਹਨਾਂ ਸਾਰੀਆਂ ਆਰਾਧਨਾਵਾਂ ਵਿੱਚ ਹੈ ਜੋ ਅਸੀਂ ਮਨਾਉਂਦੇ ਹਾਂ। ਇਸੇ ਲਈ ਪਰਮੇਸ਼ਰ ਨੇ ਕਿਹਾ, ਇਹ ਨਵਾਂ ਨੇਮ ਮੇਰੇ ਲਹੂ ਵਿੱਚ ਸਥਾਪਿਤ ਹੈ। ਇਹ ਸਿਰਫ ਬੇਤਰਤੀਬੇ ਢੰਗ ਨਾਲ ਸਥਾਪਿਤ ਨਹੀਂ ਕੀਤਾ ਗਿਆ, ਇਸ ਨੂੰ ਪੈਸੇ ਨਾਲ ਨਹੀਂ ਖਰੀਦਿਆ ਗਿਆ ਸੀ। ਪਰਮੇਸ਼ਰ ਨੇ ਕਿਹਾ, ਮੈਂ ਆਪਣੇ ਬਲੀਦਾਨ ਦੁਆਰਾ ਇਸ ਦੀ ਕੀਮਤ ਚੁਕਾਈ ਹੈ ਕਿਉਂਕਿ ਮੈਂ ਇਸ ਨੂੰ ਤੁਹਾਨੂੰ ਮੁਫਤ ਵਿੱਚ ਦੇ ਰਿਹਾ ਹਾਂ। ਤਦ ਜਦੋਂ ਤੁਸੀਂ ਡੂੰਘਾਈ ਵਿੱਚ ਮਹਿਸੂਸ ਕਰੋਗੇ ਤਦ ਸਾਮਰੀਆ ਵਿੱਚ ਅਤੇ ਧਰਤੀ ਦੇ ਬਿੰਨੇ ਤਿੱਕਰ ਜਾਓ।
ਅਤੇ ਸਾਰੇ ਲੋਕਾਂ ਨੂੰ ਮੁਫਤ ਵਿੱਚ ਦਿਓ ਅਤੇ ਮੇਰੀ ਸੰਤਾਨ ਬਣੋ, ਨਵੇਂ ਨੇਮ ਦੇ ਮੇਰੇ ਸੇਵਕ ਬਣੋ ਜੋ ਇਸ ਚੰਗੇ ਸੰਦੇਸ਼ ਦਾ ਪ੍ਰਚਾਰ ਕਰ ਸਕਦੇ ਹਨ। ਇਸ ਸੱਚ ਦੇ ਪਿੱਛੇ ਡੂੰਘੇ ਅਰਥਾਂ ਨੂੰ ਮਹਿਸੂਸ ਕਰਨ ਲਈ ਇਹ ਸਾਡੇ ਲਈ ਸਹੀ ਕਰਮ ਹੈ, ਕਿਉਂਕਿ ਅਸੀਂ ਹਜੇ ਵੀ ਪਿਤਾ ਦੇ ਬਲੀਦਾਨ ਅਤੇ ਮਾਤਾ ਦੇ ਬਲੀਦਾਨ ਦੇ ਲਹੂ ਦੁਆਰਾ ਸਥਾਪਿਤ ਨੇਮ ਨੂੰ ਨਹੀਂ ਸਮਝਦੇ, ਤਦ ਕਿ ਪਰਮੇਸ਼ਰ ਸਾਨੂੰ ਵਿਵਸਥਾ ਦੁਆਰਾ ਦਿਖਾਉਣਾ ਜਾਰੀ ਨਹੀਂ ਰੱਖਦੇ। ਉਹ ਸਾਨੂੰ ਲਗਾਤਾਰ ਸਿਖਾਉਂਦੇ ਹੋਏ ਦੱਸ ਰਹੇ ਹਨ ਸਵਰਗ ਵਿੱਚ ਹੋਈਆਂ ਘਟਨਾਵਾਂ ਦੀ ਕਹਾਣੀ ਅਤੇ ਕਿਉਂ ਪਿਤਾ ਅਤੇ ਮਾਤਾ ਇਸ ਧਰਤੀ ਉੱਤੇ ਆਏ। ਯਸ਼ਾਇਆ ਅਧਿਆਇ 50 ਅਤੇ 53 ਵਿੱਚ ਯਸ਼ਾਇਆ ਦੁਆਰਾ ਸਮਝਾਇਆ ਗਿਆ ਹੈ। ਸਭ ਤੋਂ ਪਹਿਲਾਂ ਆਓ ਅਸੀਂ ਯਸ਼ਾਇਆ ਅਧਿਆਇ 50 ਦੇਖੀਏ। ਆਓ ਅਸੀਂ ਯਸ਼ਾਇਆ ਦੀ ਪੁਸਤਕ ਅਧਿਆਇ 50 ਵਚਨ 1 ਉੱਤੇ ਨਜ਼ਰ ਪਾਈਏ। ਯਹੋਵਾ ਉਹ ਆਖਦਾ ਹੈ, ਤੁਹਾਡੀ ਮਾਤਾ ਦੀ ਤਿਆਗ ਪੱਤਰੀ ਕਿੱਥੇ ਹੈ ਜਿਹਦੇ ਨਾਲ ਮੈਂ ਉਹਨੂੰ ਛੱਡਿਆ, ਜਾਂ ਮੈਂ ਆਪਣੇ ਕਿਹੜੇ ਲੈਣਦਾਰ ਕੋਲ ਤੁਹਾਨੂੰ ਵੇਚ ਦਿੱਤਾ। ਵੇਖੋ, ਤੁਸੀਂ ਆਪਣੀਆਂ ਬਦੀਆਂ ਦੇ ਕਾਰਨ ਵੇਚੇ ਗਏ ਅਤੇ ਤੁਹਾਡੇ ਅਪਰਾਧਾਂ ਦੇ ਕਾਰਨ ਤੁਹਾਡੀ ਮਾਂ ਕੱਢੀ ਗਈ। ਜਦੋਂ ਮੈਂ ਆਇਆ ਤਾਂ ਕੋਈ ਕਿਉਂ ਨਹੀਂ ਮਿਲਿਆ, ਜਦੋਂ ਮੈਂ ਬੁਲਾਇਆ ਕੋਈ ਨਹੀਂ ਬੋਲਿਆ ਕਿ ਮੇਰਾ ਹੱਥ ਇੰਨਾ ਛੋਟਾ ਹੋ ਗਿਆ ਹੈ ਕਿ ਛੱਡਿਆ ਨਹੀਂ ਜਾ ਸਕਦਾ, ਕਿ ਮੇਰੇ ਕੋਲ ਬਚਾਉਣ ਦੀ ਸ਼ਕਤੀ ਨਹੀਂ ਹੈ। ਵੇਖੋ, ਮੈਂ ਆਪਣੀ ਕੁਰਕੀ ਨਾਲ ਸਮੁੰਦਰ ਨੂੰ ਸੁਕਾ ਦਿੰਦਾ, ਮੈਂ ਨਦੀਆਂ ਨੂੰ ਉਜਾੜ ਬਣਾ ਦਿੰਦਾ, ਉਹਨਾਂ ਦੀਆਂ ਮੱਛੀਆਂ ਪਾਣੀ ਦੇ ਨਾ ਹੋਣ ਕਰਕੇ ਬੁੱਸ ਜਾਂਦੀਆਂ ਹਨ, ਉਹ ਤਿਹਾਈਆਂ ਮਰ ਜਾਂਦੀਆਂ ਹਨ। ਮੈਂ ਆਕਾਸ਼ ਨੂੰ ਕਾਲਕ ਪਹਿਨਾਉਂਦਾ ਅਤੇ ਉਹਨਾਂ ਦੇ ਓੜਨ ਲਈ ਤੱਪੜ ਪਾਉਂਦਾ ਹਾਂ। ਆਓ ਅਸੀਂ ਅਧਿਆਇ 50 ਵਚਨ 1 ਵਿੱਚ ਦਰਜ ਸ਼ਬਦਾਂ ਉੱਤੇ ਨੇੜਿਓਂ ਨਜ਼ਰ ਪਾਈਏ। ਇਹ ਕਹਿੰਦਾ ਹੈ, ਅਤੇ ਤੁਹਾਡੇ ਅਪਰਾਧਾਂ ਦੇ ਕਾਰਨ ਤੁਹਾਡੀ ਮਾਂ ਕੱਢੀ ਗਈ। ਸਵਰਗ ਦੇ ਰਾਜ ਵਿੱਚ ਕੀਤੇ ਗਏ ਸਾਡੇ ਪਾਪ ਇੰਨੇ ਵੱਡੇ ਸੀ ਕਿ ਸਿੱਧੇ ਤੌਰ ਤੇ ਸਾਡੇ ਪਾਪਾਂ ਦੀ ਗੰਭੀਰਤਾ ਦਾ ਵਰਣਨ ਕਰਨਾ ਮੁਸ਼ਕਿਲ ਸੀ। ਇਸ ਲਈ ਉਹਨਾਂ ਨੇ ਅਜਿਹੇ ਅਸਿੱਧੇ ਪ੍ਰਗਟਾਵੇ ਦੀ ਵਰਤੋਂ ਕੀਤੀ। ਨਾ ਸਿਰਫ ਇਸ ਦ੍ਰਿਸ਼ ਵਿੱਚ, ਸਗੋਂ ਯਸ਼ਾਇਆ ਅਧਿਆਇ 14 ਵਿੱਚ ਵੀ ਅਸੀਂ ਸਵਰਗਦੂਤ ਲੂਸੀਫਰ ਦੀ ਕਹਾਣੀ ਦੇਖ ਸਕਦੇ ਹਾਂ, ਜੋ ਸਵਰਗ ਦੇ ਰਾਜ ਵਿੱਚ ਇੱਕ ਸ਼ਾਨਦਾਰ ਅਹੁਦੇ ਵਿੱਚ ਸੀ। ਉਸਨੇ ਆਪਣੇ ਸਿਹਾਸਨ ਨੂੰ ਪਰਮੇਸ਼ਰ ਦੇ ਸਿਹਾਸਨ ਤੋਂ ਉੱਚਾ ਕਰਨਾ ਚਾਹਿਆ ਅਤੇ ਹੰਕਾਰੀ ਮਨ ਨਾਲ ਉਸਨੇ ਪਰਮੇਸ਼ਰ ਦਾ ਵਿਰੋਧ ਕੀਤਾ ਅਤੇ ਬਗਾਵਤ ਕੀਤੀ ਅਤੇ ਉਸ ਨੂੰ ਬਾਹਰ ਕੱਢ ਦਿੱਤਾ ਗਿਆ। ਹਿਜਕੀਲ ਅਧਿਆਇ 28 ਵਿੱਚ ਸੋਰ ਦੇ ਰਾਜਾ ਦੀ ਕਹਾਣੀ ਵੀ ਹੈ। ਜਦੋਂ ਅਸੀਂ ਇਹਨਾਂ ਦ੍ਰਿਸ਼ਾਂ ਨੂੰ ਦੇਖਦੇ ਹਾਂ ਤਦ ਅਸੀਂ ਸਵਰਗ ਦੇ ਰਾਜ ਵਿੱਚ ਪਾਪ ਕਰਨ ਵਾਲਿਆਂ ਦੀ ਮਾਨਸਿਕਤਾ, ਉਹਨਾਂ ਦੀ ਪਿਛਲੀ ਕਹਾਣੀ ਅਤੇ ਉਹਨਾਂ ਦੇ ਪਾਪ ਪਿੱਛੇ ਲੁਕੇ ਉਦੇਸ਼ ਨੂੰ ਆਸਾਨੀ ਨਾਲ ਸਮਝ ਸਕਦੇ ਹਾਂ। ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਜੀ ਹਨ। ਨਬੀ ਯਸ਼ਾਇਆ ਨੇ ਮਾਤਾ ਦੇ ਇਸ ਧਰਤੀ ਉੱਤੇ ਆਉਣ ਦੇ ਕਾਰਨ ਦੇ ਬਾਰੇ ਭਵਿੱਖਬਾਣੀ ਕੀਤੀ ਸੀ। ਵੇਖੋ, ਤੁਸੀਂ ਆਪਣੀਆਂ ਬਦੀਆਂ ਦੇ ਕਾਰਨ ਵੇਚੇ ਗਏ ਅਤੇ ਤੁਹਾਡੇ ਅਪਰਾਧਾਂ ਦੇ ਕਾਰਨ ਤੁਹਾਡੀ ਮਾਂ ਕੱਢੀ ਗਈ। ਅਸੀਂ ਉਹਨਾਂ ਗੰਭੀਰ ਪਾਪਾਂ ਨੂੰ ਦੇਖ ਸਕਦੇ ਹਾਂ ਜੋ ਅਸੀਂ ਕੀਤੇ ਹਨ ਅਤੇ ਮਾਤਾ ਜੀ ਦੇ ਅਥਾਹ ਬਲੀਦਾਨ ਨੂੰ ਅਤੇ ਸਖਤ ਮਿਹਨਤ ਨੂੰ ਦੇਖ ਸਕਦੇ ਹਾਂ। ਕਿਉਂਕਿ ਇਹ ਸਾਰੇ ਨਿਯਮ ਸਵਰਗ ਵਿੱਚ ਬਣਾਏ ਗਏ ਹਨ, ਤਦ ਭਾਵੇਂ ਹੀ ਉਹਨਾਂ ਨੂੰ 100 ਵਾਰ ਸਮਝਾਇਆ ਜਾਵੇ, ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਨਹੀਂ ਸਮਝ ਸਕਦੇ। ਇਸ ਲਈ ਪਰਮੇਸ਼ਰ ਨੇ ਕਿਹਾ, ਮੈਂ ਤੁਹਾਨੂੰ ਸੰਸਾਰੀ ਗੱਲਾਂ ਬਾਰੇ ਗੱਲ ਕਿਹਾ ਹੈ ਅਤੇ ਤੁਸੀਂ ਨਾ ਤਾਂ ਸਮਝਦੇ ਹੋ ਅਤੇ ਨਾ ਹੀ ਮਹਿਸੂਸ ਕਰਦੇ ਹੋ। ਤਦ ਜੇਕਰ ਮੈਂ ਸਵਰਗੀ ਚੀਜ਼ਾਂ ਬਾਰੇ ਗੱਲਾਂ ਕਰਾਂ, ਫਿਰ ਤੁਸੀਂ ਕਿਵੇਂ ਸਮਝੋਗੇ? ਇਸ ਲਈ ਪਰਮੇਸ਼ਰ ਨੇ ਉਹਨਾਂ ਨੂੰ ਸੱਚਾਈ ਵਿੱਚ ਹੁਕਮਾਂ ਅਤੇ ਸਾਰੀਆਂ ਸਿੱਖਿਆਵਾਂ ਵਿੱਚ ਰੱਖਿਆ ਤਾਂ ਜੋ ਅਸੀਂ ਇਸ ਧਰਤੀ ਦੀ ਵਿਵਸਥਾ ਦੁਆਰਾ ਸਵਰਗ ਦੀ ਵਿਵਸਥਾ ਨੂੰ ਸਮਝ ਸਕੀਏ। ਅੱਜ ਤੁਰੀ ਵਜਾਉਣ ਦਾ ਪਰਵ ਹੈ, ਇਹ ਕਹਿੰਦੇ ਹੋਏ ਕਿ ਪ੍ਰਾਸ਼ਚਿਤ ਦੇ ਦਿਨ ਦੀ ਤਿਆਰੀ ਕਰੋ। ਤੁਰੀ ਵਜਾਉਣ ਦਾ ਪਰਵ ਪ੍ਰਾਸ਼ਚਿਤ ਕਰਨ ਲਈ ਤੁਰੀ ਵਜਾਉਣ ਦਾ ਦਿਨ ਹੈ। ਬੇਸ਼ੱਕ ਸਾਨੂੰ ਪਰਮੇਸ਼ਰ ਪ੍ਰਤੀ ਆਪਣੇ ਸ਼ਾਰੀਰਿਕ ਪਾਪਾਂ ਦਾ ਵੀ ਪ੍ਰਾਸ਼ਚਿਤ ਕਰਨਾ ਚਾਹੀਦਾ ਹੈ, ਪਰ ਸਾਨੂੰ ਇਹ ਸੋਚ ਕੇ ਸਵਰਗ ਵਿੱਚ ਹੋਏ ਵੱਡੇ ਮੂਲ ਪਾਪ ਦਾ ਵੀ ਪ੍ਰਾਸ਼ਚਿਤ ਕਰਨਾ ਚਾਹੀਦਾ ਹੈ। ਇਸ ਪਾਪ ਦੇ ਕਾਰਨ ਅਸੀਂ ਸਵਰਗੀ ਮਾਤਾ ਨੂੰ ਕਿਹੜੀਆਂ ਮੁਸ਼ਕਿਲਾਂ ਦਿੱਤੀਆਂ ਹਨ ਅਤੇ ਸਵਰਗੀ ਪਿਤਾ ਨੂੰ ਅਸੀਂ ਕਿਸ ਪ੍ਰਕਾਰ ਦਾ ਦੁੱਖ ਪਹੁੰਚਾਇਆ ਹੈ। ਯਸ਼ਾਇਆ ਅਧਿਆਇ 50 ਵਿੱਚ ਅਸੀਂ ਮਾਤਾ ਨਾਲ ਸੰਬੰਧਿਤ ਮਾਮਲੇ ਨੂੰ ਦੇਖ ਸਕਦੇ ਹਾਂ। ਇਸੇ ਯਸ਼ਾਇਆ ਦੀ ਕਿਤਾਬ ਅਧਿਆਇ 53 ਵਿੱਚ ਪਿਤਾ ਨਾਲ ਸੰਬੰਧਿਤ ਮਾਮਲਾ ਦੱਸਿਆ ਗਿਆ ਹੈ। ਆਓ ਅਸੀਂ ਯਸ਼ਾਇਆ ਅਧਿਆਇ 53 ਉੱਤੇ ਇੱਕ ਨਜ਼ਰ ਪਾਈਏ। ਆਓ ਅਸੀਂ ਯਸ਼ਾਇਆ ਅਧਿਆਇ 53 ਵਚਨ 4 ਉੱਤੇ ਇੱਕ ਨਜ਼ਰ ਪਾਈਏ।
ਸੱਚਮੁੱਚ ਉਹਨੇ ਸਾਡੇ ਗਮ ਚੁੱਕ ਲਏ ਕਿ ਇੱਥੇ ਉਸਨੇ ਸਾਨੂੰ ਪਿਤਾ ਬਾਰੇ ਨਹੀਂ ਸਿਖਾਉਂਦਾ। ਸੱਚਮੁੱਚ ਉਹਨੇ ਸਾਡੇ ਗਮ ਚੁੱਕ ਲਏ ਅਤੇ ਸਾਡੇ ਦੁੱਖ ਉਠਾਏ, ਪਰ ਅਸਾਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ। ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀ ਬਦੀ ਦੇ ਕਾਰਨ ਕੁਚਲਿਆ ਗਿਆ। ਯਸ਼ਾਇਆ ਦੇ 50 ਵਿੱਚ ਲਿਖਿਆ ਹੈ, ਤੁਹਾਡੇ ਅਪਰਾਧਾਂ ਦੇ ਕਾਰਨ ਤੁਹਾਡੀ ਮਾਂ ਕੱਢੀ ਗਈ। ਅਤੇ ਇੱਥੇ ਲਿਖਿਆ ਹੈ, ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀ ਬਦੀਆਂ ਦੇ ਕਾਰਨ ਕੁਚਲਿਆ ਗਿਆ। ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਪਈ ਅਤੇ ਉਸਦੇ ਮਾਰ ਖਾਣ ਤੋਂ ਅਸੀਂ ਤਰੋਏ ਕੀਤੇ ਗਏ। ਅਸੀਂ ਸਾਰੇ ਭੇਡਾਂ ਵਾਂਗੂ ਭੁੱਲੇ ਫਿਰਦੇ ਸਾਂ, ਅਸੀਂ ਆਪਣੇ ਆਪਣੇ ਰਾਹਾਂ ਨੂੰ ਮੁੜੇ ਅਤੇ ਯਹੋਵਾ ਨੇ ਸਾਡੀ ਸਾਰਿਆਂ ਦੀ ਬਦੀ ਉਸ ਉੱਤੇ ਲੱਦੀ। ਅਸੀਂ ਸਵਰਗੀ ਪਿਤਾ ਬਾਰੇ ਸਾਰੀਆਂ ਭਵਿੱਖਬਾਣੀਆਂ ਨਾਲ ਸੰਬੰਧਿਤ ਮਾਮਲਿਆਂ ਨੂੰ ਜਲਦੀ ਸਿੱਖ ਸਕਦੇ ਹਾਂ, ਸਮਝ ਸਕਦੇ ਹਾਂ ਅਤੇ ਆਪਣੀਆਂ ਅੱਖਾਂ ਨਾਲ ਲੱਭ ਸਕਦੇ ਹਾਂ। ਹਾਲਾਂਕਿ ਨਬੀ ਯਸ਼ਾਇਆ ਜਿਸ ਨੇ ਇਸ ਨੂੰ ਸਮਝਾਇਆ ਨੇ ਅਧਿਆਇ 50 ਵਿੱਚ ਸਾਡੀ ਸਵਰਗੀ ਮਾਤਾ ਦੀ ਕਹਾਣੀ ਵੀ ਦਰਜ ਕੀਤੀ। ਇਸ ਤੋਂ ਇਲਾਵਾ ਅਧਿਆਇ 54 ਵਿੱਚ ਯਸ਼ਾਇਆ ਦੇ ਅਨੁਸਾਰ ਇਹ ਭਵਿੱਖਬਾਣੀ ਕੀਤੀ ਗਈ ਹੈ ਕਿ ਜਦੋਂ ਸਵਰਗੀ ਮਾਤਾ ਇਸ ਧਰਤੀ ਉੱਤੇ ਆਵੇਗੀ ਤਦ ਉਹਨਾਂ ਨੂੰ ਕਿਸੇ ਤੋਂ ਕੋਈ ਸ਼ਾਂਤੀ ਨਹੀਂ ਮਿਲੇਗੀ, ਪਰ ਹਨੇਰੇ ਦਾ ਮਾਰਿਆ ਜੀਵਨ ਜੀਵੇਗੀ। ਆਓ ਅਸੀਂ ਯਸ਼ਾਇਆ ਅਧਿਆਇ 54 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 54 ਵਚਨ 11, ਹੇ ਦੁਖਿਆਰੀਏ, ਹਨੇਰੇ ਦੀਏ ਮਾਰੀਏ ਹੋਈਏ, ਜਿਹਨੂੰ ਦਿਲਾਸਾ ਨਹੀਂ ਮਿਲਿਆ, ਵੇਖ ਮੈਂ ਤੇਰੇ ਪੱਥਰਾਂ ਨੂੰ ਕੱਜਲ ਵਿੱਚ ਰੱਖਾਂਗਾ ਅਤੇ ਤੇਰੀਆਂ ਨੀਹਾਂ ਨੂੰ ਨੀਲਮਾਂ ਨਾਲ ਧਰਾਂਗਾ। ਮੈਂ ਤੇਰੇ ਕਲਸਾਂ ਨੂੰ ਲਾਲਾਂ ਨਾਲ, ਤੇਰੇ ਫਾਟਕਾਂ ਨੂੰ ਜਵਾਹਰਾਤ ਨਾਲ ਅਤੇ ਤੇਰੇ ਸਾਰੇ ਧੂੜਕੋਟ ਨੂੰ ਬਹੁਮੁੱਲੇ ਪੱਥਰਾਂ ਨਾਲ ਬਣਾਵਾਂਗਾ। ਤੇਰੇ ਸਾਰੇ ਪੁੱਤਰ ਯਹੋਵਾ ਵੱਲੋਂ ਸਿੱਖੇ ਹੋਏ ਹੋਣਗੇ ਅਤੇ ਤੇਰੇ ਪੁੱਤਰਾਂ ਦੀ ਸ਼ਾਂਤੀ ਬਹੁਤ ਹੋਵੇਗੀ। ਵਚਨ 12 ਅਤੇ 13 ਵਿੱਚ ਦਰਜ ਕੀਤੀ ਗਈ ਗਵਾਹੀ ਵਿੱਚ ਬਹੁਤ ਸਾਰੀਆਂ ਸ਼ਾਨਦਾਰ ਗੱਲਾਂ ਹਨ, ਪਰ ਵਚਨ 11 ਵਿੱਚ ਇਹ ਲਿਖਿਆ ਹੈ, ਹੇ ਦੁਖਿਆਰੀਏ, ਹਨੇਰੇ ਦੀਏ ਮਾਰੀਏ ਹੋਈਏ, ਜਿਹਨੂੰ ਦਿਲਾਸਾ ਨਹੀਂ ਮਿਲਿਆ। ਇਹ ਕਿਸ ਨੂੰ ਦਰਸਾ ਰਿਹਾ ਹੈ? ਇਹ ਯਰੂਸ਼ਲਮ ਦੀ ਗੱਲ ਕਰ ਰਿਹਾ ਹੈ। ਇੱਥੇ ਯਰੂਸ਼ਲਮ ਨੂੰ ਹਨੇਰੇ ਦੀਏ ਮਾਰੀਏ ਕਿਹਾ ਗਿਆ ਹੈ। ਬਾਈਬਲ ਦੇ ਕੁਝ ਸੰਸਕਰਣਾਂ ਨੇ ਇਸ ਦ੍ਰਿਸ਼ ਨੂੰ ਯਰੂਸ਼ਲਮ ਨੂੰ ਹਨੇਰੇ ਦੀ ਮਾਰੀ ਅਤੇ ਸਤਾਈ ਜਾਣ ਵਾਲੀ ਦੇ ਰੂਪ ਵਿੱਚ ਵਰਣਨ ਕੀਤਾ ਗਿਆ ਹੈ। ਭਾਵੇਂ ਉਹ ਅਜਿਹੀ ਸਥਿਤੀ ਵਿੱਚ ਸੀ ਜਿੱਥੇ ਕਿਸੇ ਨੇ ਵੀ ਉਹਨਾਂ ਉੱਤੇ ਧਿਆਨ ਨਹੀਂ ਦਿੱਤਾ, ਪਰ ਅੰਤ ਵਿੱਚ ਉਹਨਾਂ ਦੀਆਂ ਸੰਤਾਨਾਂ ਪ੍ਰਾਸ਼ਚਿਤ ਕਰਨਗੀਆਂ ਅਤੇ ਉਹਨਾਂ ਕੋਲ ਵਾਪਿਸ ਆ ਜਾਣਗੀਆਂ। ਜਦੋਂ ਅਸੀਂ ਯਸ਼ਾਇਆ ਅਧਿਆਇ 60 ਉੱਤੇ ਜਾਈਏ ਤਦ ਪਰਮੇਸ਼ਰ ਜ਼ਿਕਰ ਕਰਦੇ ਹਨ ਕਿ ਉਹ ਸਾਰੇ ਆਪਣੇ ਪ੍ਰਾਸ਼ਚਿਤ ਦੇ ਮਨ ਨਾਲ ਬਦਲਾ ਵਾਂਗ, ਕਬੂਤਰਾਂ ਵਾਂਗ ਉੜਦੇ ਹੋਏ ਵਾਪਿਸ ਆਉਣਗੇ। ਸਵਰਗੀ ਮਾਤਾ ਨਾਲ ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ ਅਤੇ ਛੋਟਾ ਇੱਕ ਬਲਵੰਤ ਕੌਮ। ਇਹ ਸ਼ਾਨਦਾਰ ਪਲ ਨਿਸ਼ਚਿਤ ਰੂਪ ਨਾਲ ਆਵੇਗਾ। ਅਜਿਹੀ ਵਡਿਆਈ ਦਿੱਤੀ ਜਾਣ ਤੋਂ ਪਹਿਲਾਂ ਕੀ ਸੀ? ਪਰਮੇਸ਼ਰ ਦਾ ਬਲੀਦਾਨ ਸੀ। ਸੱਚਾਈ ਦੀ ਵਿਵਸਥਾ ਜੋ ਪਰਮੇਸ਼ਰ ਨੇ ਸਾਡੇ ਲਈ ਬਣਾਈ ਹੈ, ਉਹ ਇੱਕ ਸ਼ਾਨਦਾਰ ਨੇਮ ਹੈ। ਜਦੋਂ ਅਸੀਂ ਆਰਾਧਨਾ ਦੇ ਹਰੇਕ ਪਲ ਵਿੱਚ ਉਸ ਨੇਮ ਨੂੰ ਦੇਖਦੇ ਹਾਂ ਤਦ ਇਹ ਲਿਖਿਆ ਹੋਇਆ ਹੈ, ਹੇ ਦੁਖਿਆਰੀਏ, ਹਨੇਰੇ ਦੀਏ ਮਾਰੀਏ ਹੋਈਏ, ਜਿਹਨੂੰ ਦਿਲਾਸਾ ਨਹੀਂ ਮਿਲਿਆ। ਜਦੋਂ ਅਸੀਂ ਸਮਝਦੇ ਹਾਂ ਕਿ ਇਸ ਨੇਮ ਵਿੱਚ ਹਜ਼ਾਰਾਂ ਦੁੱਖ ਸ਼ਾਮਿਲ ਹਨ ਤਦ ਅਸੀਂ ਇਸ ਸਵਾਲ ਉੱਤੇ ਆਵਾਂਗੇ, ਪੁਰਾਣੇ ਨੇਮ ਦੀ ਵਿਵਸਥਾ ਅਨੁਸਾਰ ਅਜਿਹਾ ਕਿਉਂ ਹੈ ਕਿ ਹੋਮ ਬਲੀ ਦੀ ਜਗਵੇਦੀ ਤੇ ਇੱਕ ਬੱਕਰੀ ਜਾਂ ਕਦੇ-ਕਦੇ ਮਾਦਾ ਭੇਡ ਅਤੇ ਕਦੇ-ਕਦੇ ਵਛੀਆਂ ਨੂੰ ਬਲੀ ਚੜਾਇਆ ਜਾਂਦਾ ਸੀ? ਆਤਮਿਕ ਨਜ਼ਰੀਏ ਤੋਂ ਇੱਥੇ ਪਿਤਾ ਦੇ ਬਲੀਦਾਨ ਅਤੇ ਮਾਤਾ ਦੇ ਬਲੀਦਾਨ ਦਾ ਸੰਖੇਪ ਵਿੱਚ ਜ਼ਿਕਰ ਕੀਤਾ ਗਿਆ ਹੈ, ਪਰ ਪਰਮੇਸ਼ਰ ਨੇ ਪੂਰੀ ਵਿਵਸਥਾ ਵਿੱਚ ਇਸ ਦੀ ਗਵਾਹੀ ਦਿੱਤੀ ਹੈ। ਕੇਵਲ ਇੱਕ ਵਾਰ ਜਦੋਂ ਅਸੀਂ ਅਸਲ ਵਿਵਸਥਾ ਨੂੰ ਸਮਝ ਜਾਂਦੇ ਹਾਂ ਤਦ ਅਸੀਂ ਇਸ ਦੇ ਕੋਲ ਜਾ ਸਕਦੇ ਹਾਂ ਕਿ ਇਹ ਨਹੀਂ ਲਿਖਿਆ ਹੈ ਜੋ ਸ਼ਰ੍ਹਾ ਮਸੀਹ ਦੇ ਆਉਣ ਤੀਕਰ ਸਾਡੇ ਲਈ ਨਿਗਾਹਬਾਨ ਬਣੀ। ਫਿਰ ਜਦੋਂ ਅਸੀਂ ਮਸੀਹ ਕੋਲ ਆਵਾਂਗੇ ਤਦ ਅਸੀਂ ਕਿਸ ਨੂੰ ਜਾਣਾਂਗੇ? ਜਦੋਂ ਅਸੀਂ ਪਿਤਾ ਕੋਲ ਜਾਂਦੇ ਹਾਂ ਤਦ ਕਿ ਅਸੀਂ ਮਾਤਾ ਨੂੰ ਨਹੀਂ ਜਾਣ ਪਾਵਾਂਗੇ? ਇਹ ਇਸ ਲਈ ਹੈ ਕਿਉਂਕਿ ਪਿਤਾ ਸਾਨੂੰ ਸਾਰਿਆਂ ਨੂੰ ਉਹਨਾਂ ਬਾਰੇ ਸਿਖਾਉਂਦੇ ਹਨ। ਦੂਸਰੇ ਸ਼ਬਦਾਂ ਵਿੱਚ, ਜਿਸ ਤਰ੍ਹਾਂ ਪਵਿੱਤਰ ਸਥਾਨ ਤੋਂ ਹੋ ਕੇ ਪਰਮ ਪਵਿੱਤਰ ਸਥਾਨ ਵਿੱਚ ਪ੍ਰਵੇਸ਼ ਕਰਨਾ ਸੰਭਵ ਸੀ, ਉਸੇ ਤਰ੍ਹਾਂ ਜੋ ਲੋਕ ਪਹਿਲਾਂ ਪਿਤਾ ਦੇ ਬਲੀਦਾਨ ਨੂੰ ਸਮਝਦੇ ਹਨ ਅਤੇ ਮਹਿਸੂਸ ਕਰਦੇ ਹਨ,
ਉਹ ਮਾਤਾ ਦੇ ਬਲੀਦਾਨ ਨੂੰ ਪੂਰੀ ਤਰ੍ਹਾਂ ਸਮਝ ਪਾਉਣਗੇ। ਨਵਾਂ ਨੇਮ ਜਿਸ ਦਾ ਅੱਜ ਅਸੀਂ ਪਾਲਣ ਕਰਦੇ ਹਾਂ, ਸਿਰਫ ਇੱਕ ਸ਼ਬਦ ਇਹ ਨਵਾਂ ਨੇਮ ਹੈ, ਕਹਿਣ ਨਾਲ ਸਥਾਪਿਤ ਨਹੀਂ ਹੋਈ। ਹਜ਼ਾਰਾਂ ਸਾਲਾਂ ਤੋਂ ਜ਼ਿਆਦਾ ਸਮੇਂ ਦੀ ਸਖਤ ਮਿਹਨਤ ਤੋਂ ਬਾਅਦ ਪਰਮੇਸ਼ਰ ਨੇ ਆਪਣੇ ਬਲੀਦਾਨ ਨਾਲ ਇਸ ਦੀ ਕੀਮਤ ਅਦਾ ਕੀਤੀ। ਨਵਾਂ ਨੇਮ ਸਿਰਫ ਇੱਕ ਵਾਕ ਜਾਂ ਸਿਰਫ ਸ਼ਬਦ ਨਹੀਂ ਹੈ। ਜਦੋਂ ਤੁਸੀਂ ਇੱਕ ਘਰ ਖਰੀਦਦੇ ਹੋ ਤਦ ਤੁਸੀਂ ਇਕਰਾਰਨਾਮੇ ਉੱਤੇ ਦਸਤਖਤ ਕਰਨ ਵਾਲੇ ਸਿਰਫ ਆਪਣੇ ਦਸਤਖਤ ਨਹੀਂ ਕਰਦੇ। ਉਸ ਦਸਤਖਤ ਦੇ ਅੰਦਰ ਉਹ ਪੈਸਾ ਹੁੰਦਾ ਹੈ ਜਿਸ ਨੂੰ ਤੁਸੀਂ ਕਈ ਸਾਲਾਂ ਤੋਂ ਬਿਨਾਂ ਖਾਦੇ ਪੀਤੇ ਪਰ ਪੂਰੀ ਰਾਤ ਕੰਮ ਕਰਦੇ ਹੋਏ ਜਮ੍ਹਾਂ ਕੀਤਾ ਹੈ। ਜਦੋਂ ਕਿ ਦੂਸਰੇ ਲੋਕ ਮਹਿੰਗੇ ਕੱਪੜੇ ਪਹਿਨਦੇ ਹਨ, ਚੰਗੀਆਂ ਕਾਰਾਂ ਚਲਾਉਂਦੇ ਹਨ ਅਤੇ ਇੱਕ ਸ਼ਾਨਦਾਰ ਜੀਵਨ ਦਾ ਆਨੰਦ ਲੈਂਦੇ ਹਨ, ਤੁਸੀਂ ਉਹਨਾਂ ਸਾਰੇ ਐਸ਼ੋ ਆਰਾਮ ਨੂੰ ਛੱਡ ਦਿੱਤਾ ਅਤੇ ਦੂਜਿਆਂ ਦੀ ਤੁਲਨਾ ਵਿੱਚ ਇੱਕ ਨਿਮਰ ਜੀਵਨ ਬਤੀਤ ਕੀਤਾ। ਅਜਿਹਾ ਕਰਨ ਨਾਲ ਕਿ ਤੁਸੀਂ ਇੱਕ ਨਵਾਂ ਘਰ ਖਰੀਦਣ ਲਈ ਲੋੜੀਂਦੀਆਂ ਯੋਗਤਾਵਾਂ ਹਾਸਿਲ ਨਹੀਂ ਕਰ ਪਾਏ। ਉਦਾਹਰਨ ਲਈ, ਜੇਕਰ ਇੱਕ ਘਰ ਨੂੰ 1 ਲੱਖ ਦਾ ਘਰ ਜਾਂ 10 ਲੱਖ ਦਾ ਘਰ ਕਿਹਾ ਜਾਂਦਾ ਹੈ, ਤਦ ਕਿ ਤੁਸੀਂ ਬਿਨਾਂ ਕਿਸੇ ਕੋਸ਼ਿਸ਼ ਦੇ ਉਹ ਪੈਸਾ ਕਮਾ ਸਕਦੇ ਹੋ। ਬਹੁਤ ਪਸੀਨੇ ਅਤੇ ਬਲੀਦਾਨ ਤੋਂ ਬਾਅਦ ਤੁਸੀਂ ਜੋ ਪੈਸੇ ਕਮਾਏ ਹਨ, ਉਸ ਤੋਂ ਤੁਸੀਂ ਇੱਕ ਨਵਾਂ ਘਰ ਖਰੀਦ ਸਕਦੇ ਹੋ। ਇਸੇ ਤਰ੍ਹਾਂ ਸਿਰਫ ਸ਼ਬਦ ਨਵਾਂ ਨੇਮ ਲਿਖਣ ਨਾਲ ਨਵਾਂ ਨੇਮ ਸਥਾਪਿਤ ਨਹੀਂ ਕੀਤਾ ਜਾ ਸਕਦਾ। ਨਵੇਂ ਨੇਮ ਦੀ ਸੱਚਾਈ ਨੂੰ ਸਥਾਪਿਤ ਕਰਨ ਲਈ ਬਹੁਤ ਜ਼ਿਆਦਾ ਬਲੀਦਾਨ ਕੀਤੇ ਗਏ ਸੀ। ਇਸ ਪਰਵ ਦੁਆਰਾ ਆਓ ਅਸੀਂ ਸਾਰੇ ਇਸ ਨੂੰ ਇੱਕ ਵਾਰ ਫਿਰ ਤੋਂ ਯਾਦ ਰੱਖੀਏ ਤਾਂ ਜੋ ਅਸੀਂ ਕਦੇ ਵੀ ਨਵੇਂ ਨੇਮ ਅਤੇ ਪਿਤਾ ਅਤੇ ਮਾਤਾ ਜੀ ਦੇ ਮਹਾਨ ਪਿਆਰ ਨਾਲ ਵਿਸ਼ਵਾਸਘਾਤ ਨਾ ਕਰੀਏ, ਜਿਨ੍ਹਾਂ ਨੇ ਇਸ ਨੇਮ ਨੂੰ ਆਪਣੇ ਲਹੂ ਨਾਲ ਸਥਾਪਿਤ ਕੀਤਾ ਹੈ। ਆਓ ਅਸੀਂ ਗਿਣਤੀ ਦੀ ਕਿਤਾਬ ਅਧਿਆਇ 19 ਵਚਨ 9 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 19 ਵਚਨ 9। ਕੋਈ ਸ਼ੁੱਧ ਮਨੁੱਖ ਗਾਂ ਦੀ ਸੁਆਹ ਨੂੰ ਇਕੱਠੀ ਕਰੇ ਅਤੇ ਉਹਨੂੰ ਡੇਰੇ ਤੋਂ ਬਾਹਰ ਸ਼ੁੱਧ ਸਥਾਨ ਵਿੱਚ ਰੱਖੇ ਅਤੇ ਉਹ ਇਜ਼ਰਾਈਲੀਆਂ ਦੀ ਮੰਡਲੀ ਲਈ ਅਸ਼ੁੱਧਤਾਈ ਦੂਰ ਕਰਨ ਵਾਲੇ ਜਲ ਕਰਕੇ ਰੱਖੀ ਜਾਏ। ਉਹ ਪਾਪ ਦੀ ਭੇਂਟ ਹੈ। ਇੱਥੇ ਕਿਸ ਪ੍ਰਕਾਰ ਦੀ ਭੇਂਟ ਦੀ ਵਰਤੋਂ ਕੀਤੀ ਗਈ ਸੀ? ਇਹ ਕਹਿੰਦਾ ਹੈ ਵੱਛੀ ਦੀ। ਸਾਨੂੰ ਪਸ਼ੂ ਦੇ ਲਿੰਗ ਉੱਤੇ ਡੂੰਘਾਈ ਨਾਲ ਨਜ਼ਰ ਪਾਉਣੀ ਚਾਹੀਦੀ ਹੈ। ਪਰਮੇਸ਼ਰ ਨੇ ਇੱਕ ਵੱਛੀ ਨੂੰ ਕਿਉਂ ਚੁਣਿਆ? ਪਸਹਾ ਦੇ ਲੇਲੇ ਲਈ ਕੀ ਵਰਤੋਂ ਕੀਤਾ ਗਿਆ ਸੀ? ਪਰਮੇਸ਼ਰ ਨੇ ਨਰ ਲੇਲੇ ਦੀ ਵਰਤੋਂ ਕਰਨ ਦਾ ਹੁਕਮ ਦਿੱਤਾ ਸੀ। ਕਿਰਪਾ ਕਰਕੇ ਧਿਆਨ ਨਾਲ ਲਿੰਗ ਵਿੱਚ ਭੇਦ ਕਰੋ। ਆਓ ਅਸੀਂ ਦੇਖਣਾ ਜਾਰੀ ਰੱਖੀਏ ਕਿ ਕਿਵੇਂ ਇਹ ਸਾਰੇ ਬਲੀਦਾਨ ਸਾਡੇ ਸਵਰਗੀ ਪਿਤਾ ਅਤੇ ਸਾਡੀ ਸਵਰਗੀ ਮਾਤਾ ਜੀ ਦੇ ਪ੍ਰਤੀਨਿਧ ਹਨ। ਆਓ ਅਸੀਂ ਗਿਣਤੀ ਅਧਿਆਇ 15 ਵਚਨ 27 ਉੱਤੇ ਇੱਕ ਨਜ਼ਰ ਪਾਈਏ। ਅਧਿਆਇ 15 ਵਚਨ 27। ਜੇ ਇੱਕੋ ਹੀ ਪ੍ਰਾਣੀ ਭੁੱਲ ਨਾਲ ਪਾਪ ਕਰੇ ਤਾਂ ਕਿਸ ਨੂੰ ਪਾਪ ਬਲੀ ਕਰਕੇ ਚੜਾਵੇ? ਪਾਪ ਦੀ ਬਲੀ ਲਈ ਉਹ 1 ਸਾਲਾ ਬੱਕਰੀ ਚੜਾਵੇ। ਪਰਮੇਸ਼ਰ ਨੇ ਹਮੇਸ਼ਾ ਲਿੰਗ ਨੂੰ ਨਿਰਧਾਰਿਤ ਕੀਤਾ ਹੈ। ਕੁਝ ਛਤਰੇ ਸੀ, ਕੁਝ ਨਰ ਬੱਕਰੇ ਸੀ, ਕੁਝ ਮਾਦਾ ਭੇਡਾਂ ਸੀ ਅਤੇ ਕੁਝ ਬੱਕਰੀਆਂ ਸੀ। ਪਰਮੇਸ਼ਰ ਨੇ ਭੇਂਟ ਲਈ ਨਿਯਮ ਵੀ ਸਪਸ਼ਟ ਤੌਰ ਤੇ ਨਿਰਧਾਰਿਤ ਕੀਤੇ। ਤਾਂ ਪਾਪ ਦੀ ਬਲੀ ਲਈ ਉਹ 1 ਸਾਲਾ ਬੱਕਰੀ ਚੜਾਵੇ। ਜਾਜਕ ਉਸ ਪ੍ਰਾਣੀ ਲਈ ਜਿਹੜਾ ਭੁੱਲ ਕੇ ਪਾਪ ਕਰੇ ਪ੍ਰਾਸ਼ਚਿਤ ਕਰੇ। ਜਦ ਉਹ ਯਹੋਵਾ ਅੱਗੇ ਭੁੱਲ ਕੇ ਪਾਪ ਕਰੇ, ਇਉਂ ਉਹਦੇ ਲਈ ਪ੍ਰਾਸ਼ਚਿਤ ਹੋਵੇ। ਕੀ ਕੀਤਾ ਜਾਵੇਗਾ? ਤਾਂ ਉਹ ਮਾਫੀ ਪਾਵੇਗਾ। ਪਿਤਾ ਦੇ ਬਲੀਦਾਨ ਅਤੇ ਮਾਤਾ ਦੇ ਬਲੀਦਾਨ ਨੂੰ ਵਿਅਕਤ ਕਰਨ ਲਈ ਅਤੇ ਸਾਨੂੰ ਇਹ ਦੱਸਣ ਲਈ ਕਿ ਉਹਨਾਂ ਦਾ ਬਲੀਦਾਨ ਕਿੰਨਾ ਮਹਾਨ ਹੈ ਅਤੇ ਉਹਨਾਂ ਦਾ ਬਲੀਦਾਨ ਕਿੰਨਾ ਪਵਿੱਤਰ ਹੈ। ਪਰਮੇਸ਼ਵਰ ਸਵਰਗੀ ਪਿਤਾ ਅਤੇ ਮਾਤਾ ਬਾਰੇ ਗਵਾਹੀ ਦੇਣ ਲਈ ਇੱਕ ਦ੍ਰਿਸ਼ਟਾਂਤ ਦੇ ਰੂਪ ਵਿੱਚ ਲਿੰਗ ਦੀ ਵਰਤੋਂ ਕਰਦੇ ਹਨ। ਆਓ ਅਸੀਂ ਲੇਵੀਆ ਦੀ ਪੋਥੀ ਅਧਿਆਇ 4 ਨਾਲ ਜਾਰੀ ਰੱਖੀਏ। ਲੇਵੀਆ ਦੀ ਪੋਥੀ ਅਧਿਆਇ 4 ਵਚਨ 27। ਜੇ ਕੋਈ ਆਮ ਲੋਕਾਂ ਵਿੱਚੋਂ ਯਹੋਵਾ ਦੀਆਂ ਆਗਿਆਵਾਂ ਵਿੱਚੋਂ ਅਣਜਾਣ ਹੋ ਕੇ ਕਿਸੇ ਵਿੱਚ ਪਾਪ ਕਰੇ ਜੋ ਕਰਨ ਯੋਗ ਨਹੀਂ ਸੀ ਅਤੇ ਦੋਸ਼ੀ ਠਹਿਰੇ, ਜਦੋਂ ਸਾਨੂੰ ਉਹਨਾਂ ਪਾਪਾਂ ਤੋਂ ਜਾਣੂ ਕਰਵਾਇਆ ਜਾਂਦਾ ਹੈ ਜੋ ਅਸੀਂ ਕੀਤੇ ਹਨ ਅਤੇ ਤੁਰੀ ਵਜਾਉਣ ਦੇ ਪਰਵ ਦੁਆਰਾ ਇਮਾਨਦਾਰੀ ਨਾਲ ਪ੍ਰਾਸ਼ਚਿਤ ਕਰਦੇ ਹਨ ਅਤੇ ਪ੍ਰਾਸ਼ਚਿਤ ਦੇ ਦਿਨ ਦੁਆਰਾ ਪਾਪਾਂ ਦੀ ਮਾਫੀ ਪ੍ਰਾਪਤ ਕਰਦੇ ਹਾਂ, ਜਾਂ ਜੇ ਉਸ ਦਾ ਪਾਪ ਜੋ ਉਸਨੇ ਕੀਤਾ ਸੀ ਉਸ ਨੂੰ ਮਾਲੂਮ ਹੋ ਜਾਵੇ ਤਾਂ ਉਹ ਆਪਣੀ ਭੇਂਟ ਲਿਆਵੇ। ਕਿਸ ਨੂੰ ਲਿਆਵੇ? ਬੱਕਰੀਆਂ ਵਿੱਚੋਂ ਪੱਠ ਨਾਰੀ ਬੱਝ ਤੋਂ ਰਹਿਤ ਉਸ ਪਾਪ ਦੇ ਲਈ ਜੋ ਉਸਨੇ ਕੀਤਾ। ਉਹ ਆਪਣਾ ਹੱਥ ਉਸ ਪਾਪ ਦੀ ਭੇਂਟ ਦੇ ਸਿਰ ਉੱਤੇ ਧਰ ਕੇ ਹੋਮ ਦੀ ਥਾਂ ਉਸ ਪਾਪ ਦੀ ਭੇਂਟ ਨੂੰ ਕੱਟ ਸੁੱਟੇ।
ਇੱਕ ਆਪਣੀ ਉਂਗਲੀ ਨਾਲ ਉਸ ਦੇ ਲਹੂ ਤੋਂ ਕੁਝ ਲੈ ਕੇ ਉਸ ਨੂੰ ਹੋਮ ਦੀ ਜਗਵੇਦੀ ਦੇ ਸਿੰਘਾਂ ਉੱਤੇ ਪਾਵੇ ਅਤੇ ਉਸ ਦਾ ਸਾਰਾ ਲਹੂ ਜਗਵੇਦੀ ਦੇ ਹੇਠ ਡੋਲ ਦੇਵੇ ਅਤੇ ਉਹ ਜਿਸ ਤਰ੍ਹਾਂ ਸੁੱਖ ਸਾਂਦ ਦੀਆਂ ਬਲੀਆਂ ਵਿੱਚੋਂ ਚਰਬੀ ਵੱਖਰੀ ਹੋਈ ਸੀ ਉਸੇ ਤਰ੍ਹਾਂ ਉਸ ਦੀ ਸਾਰੀ ਚਰਬੀ ਵੱਖਰੀ ਕਰੇ ਤੇ ਜਾਜਕ ਯਹੋਵਾ ਦੇ ਅੱਗੇ ਉਸ ਨੂੰ ਸੁਗੰਧਤਾ ਕਰਕੇ ਜਗਵੇਦੀ ਉੱਤੇ ਸਾੜੇ ਅਤੇ ਜਾਜਕ ਉਸ ਲਈ ਪ੍ਰਾਸ਼ਚਿਤ ਕਰੇ ਅਤੇ ਉਹ ਉਸ ਨੂੰ ਖੀਮਾ ਹੋ ਜਾਵੇਗੀ। ਇੱਥੇ ਵੀ ਇੱਕ ਬੱਕਰੀ ਦਿਖਾਈ ਦਿੰਦੀ ਹੈ। ਵਚਨ 32 ਅਤੇ ਜੇ ਉਹ ਪਾਪ ਦੀ ਭੇਂਟ ਵਿੱਚ ਇੱਕ ਭੇਡ ਲਿਆਵੇ ਤਾਂ ਉਹ ਬੱਜ ਤੋਂ ਰਹਿਤ ਲੇਲੀ ਲਿਆਵੇ ਅਤੇ ਉਹ ਆਪਣਾ ਹੱਥ ਪਾਪ ਦੀ ਭੇਂਟ ਦੇ ਸਿਰ ਉੱਤੇ ਧਰ ਕੇ ਉਸ ਥਾਂ ਵਿੱਚ ਜਿੱਥੇ ਹੋਮ ਨੂੰ ਕੱਟਦੇ ਸਨ ਉਸ ਨੂੰ ਇੱਕ ਪਾਪ ਦੀ ਭੇਂਟ ਕਰਕੇ ਕੱਟ ਸੁੱਟੇ। ਇੱਥੇ ਸਾਰੀ ਭੇਂਟ ਇੱਕ ਮਾਤਾ ਦੇ ਸੰਦਰਭ ਵਿੱਚ ਲਿਖੀ ਗਈ ਹੈ, ਪਰ ਕੂਚ ਅਧਿਆਇ 12 ਵਿੱਚ ਪਸਾਹ ਦੀ ਭੇਂਟ ਦਾ ਵਰਣਨ ਇਸ ਪ੍ਰਕਾਰ ਕੀਤਾ ਗਿਆ ਹੈ। ਆਓ ਅਸੀਂ ਕੂਚ ਅਧਿਆਇ 12 ਪੜ੍ਹੀਏ। ਕੂਚ ਅਧਿਆਇ 12 ਵਚਨ 5 ਤੁਹਾਡਾ ਲੇਲਾ ਬੱਜ ਤੋਂ ਰਹਿਤ ਅਤੇ ਕੀ ਹੋਵੇ। ਲਿੰਗ ਦੇ ਆਧਾਰ ਤੇ ਚੁਣਨ ਲਈ ਪਰਮੇਸ਼ਰ ਨੇ ਸਾਨੂੰ ਕੀ ਕਿਹਾ? ਤੁਹਾਡਾ ਲੇਲਾ ਬੱਜ ਤੋਂ ਰਹਿਤ ਔਰ ਇੱਕ ਵਰੇ ਦਾ ਨਰ ਹੋਵੇ, ਤੁਸੀਂ ਭੇਡਾਂ ਜਾਂ ਬੱਕਰੀਆਂ ਤੋਂ ਲਿਓ। ਇਹ ਲਿਖਿਆ ਹੈ ਕਿ ਪਸਾਹ ਦੇ ਲੇਲੇ ਦਾ ਬਲੀਦਾਨ ਇੱਕ ਨਰ ਹੋਣਾ ਚਾਹੀਦਾ ਹੈ ਅਤੇ ਪਾਪ ਬਲੀ ਦੇ ਰੂਪ ਵਿੱਚ ਵਰਤੋਂ ਕੀਤੀਆਂ ਜਾਣ ਵਾਲੀਆਂ ਸਾਰੀਆਂ ਬਲੀ ਬੱਕਰੀਆਂ ਜਾਂ ਮਾਦਾ ਭੇਡਾਂ ਹੋਣੀਆਂ ਚਾਹੀਦੀਆਂ ਹਨ। ਪਿਤਾ ਅਤੇ ਮਾਤਾ ਨੇ ਉਹਨਾਂ ਪਾਪਾਂ ਨੂੰ ਆਪਣੇ ਉੱਪਰ ਲੈ ਲਿਆ ਜੋ ਅਸੀਂ ਸਵਰਗ ਵਿੱਚ ਕੀਤੇ ਸੀ ਅਤੇ ਜਿਨ੍ਹਾਂ ਦੇ ਕਾਰਨ ਸਾਨੂੰ ਇਸ ਧਰਤੀ ਉੱਤੇ ਸੁੱਟ ਦਿੱਤਾ ਗਿਆ ਸੀ। ਨਬੀ ਯਸ਼ਾਇਆ ਦੇ ਇਸ ਰਿਕਾਰਡ ਦੁਆਰਾ ਪਰਮੇਸ਼ਰ ਸਾਨੂੰ ਦੱਸ ਰਹੇ ਹਨ ਅਤੇ ਦਿਖਾ ਰਹੇ ਹਨ ਕਿ ਉਹ ਪਰਵਾਂ ਲਈ ਬਲੀਦਾਨ ਦੇ ਰੂਪ ਵਿੱਚ ਅਤੇ ਪੁਰਾਣੇ ਨੇਮ ਵਿੱਚ ਸਾਡੇ ਪਾਪਾਂ ਲਈ ਪ੍ਰਾਸ਼ਚਿਤ ਕਰਨ ਵਾਲੀ ਪਾਪ ਬਲੀ ਦੇ ਰੂਪ ਵਿੱਚ ਉੱਪਰ ਚੁੱਕੇ ਗਏ ਹਨ। ਭਾਵੇਂ ਉਹ ਪਸ਼ੂ ਹੋਵੇ ਜਾਂ ਮਨੁੱਖ, ਮੌਤ ਦੁਖਦਾਈ ਅਤੇ ਦਰਦਨਾਕ ਹੈ। ਇਸ ਲਈ ਮਨੁੱਖ, ਪਸ਼ੂ ਦੋਵੇਂ ਹੀ ਮੌਤ ਅਤੇ ਉਸ ਤੋਂ ਬਾਅਦ ਆਉਣ ਵਾਲੇ ਦੁੱਖਾਂ ਤੋਂ ਬਚਣ ਲਈ ਸਖਤ ਕੋਸ਼ਿਸ਼ ਕਰਦੇ ਹਨ। ਇਸ ਪ੍ਰਕਾਰ ਜਦੋਂ ਇੱਕ ਭੇਡ ਜਾਂ ਵੱਛੇ ਨੂੰ ਬੁੱਝੜਖਾਨੇ ਵਿੱਚ ਘਸੀਟਿਆ ਜਾਂਦਾ ਹੈ ਤਦ ਉਹ ਬਹੁਤ ਕੋਸ਼ਿਸ਼ ਕਰਦੇ ਹਨ ਕਿ ਉਹ ਵੱਡੇ ਜਾਨ ਲਈ ਘਸੀਟਿਆ ਨਾ ਜਾਵੇ। ਉਹ ਸੱਚਮੁੱਚ ਹਤਾਸ਼ ਹੁੰਦੇ ਹਨ। ਕਲਪਨਾ ਕਰੋ ਕਿ ਇਹ ਹਰ ਦਿਨ ਹੋ ਰਿਹਾ ਹੈ। ਹਰ ਦਿਨ ਸਵੇਰੇ ਅਤੇ ਦੁਪਹਿਰ ਨਿਤ ਬਲੀ ਦੇ ਸਮੇਂ। ਅਸਲ ਵਿੱਚ ਇਹ ਹਰ ਦਿਨ 2 ਵਾਰ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਪਰਵਾ ਦੇ ਅਨੁਸਾਰ ਅਤੇ ਸਬਤ ਦੇ ਦਿਨ ਲਈ ਵੀ ਭੇਟ ਹੁੰਦੀ ਹੈ। ਮੂਸਾ ਦੇ ਸਮੇਂ ਤੋਂ ਲੈ ਕੇ ਯੀਸ਼ੂ ਦੇ ਸਮੇਂ ਤੱਕ 1500 ਸਾਲਾਂ ਲਈ ਹਰ ਦਿਨ ਮੌਤ ਨਾਲ ਲੜਨ ਦੇ ਬਲੀਦਾਨ ਦੇ ਦੁਆਰਾ ਨਵਾਂ ਨੇਮ ਪ੍ਰਾਪਤ ਕੀਤਾ ਗਿਆ ਸੀ। ਕਿ ਪਰਮੇਸ਼ਰ ਸ਼ੁਰੂ ਤੋਂ ਹੀ ਨਵੇਂ ਨੇਮ ਨੂੰ ਸਥਾਪਿਤ ਨਹੀਂ ਕਰ ਸਕਦੇ ਸੀ? ਹਾਂ, ਉਹ ਕਰ ਸਕਦੇ ਸੀ, ਪਰ ਪਰਮੇਸ਼ਰ ਸਾਨੂੰ ਇਸ ਨੂੰ ਪੁਰਾਣੇ ਨੇਮ ਦੁਆਰਾ ਸਮਝਣ ਦਿੰਦੇ ਹਨ। ਉਹ ਸਾਨੂੰ ਦਿਖਾਉਂਦੇ ਹਨ ਅਤੇ ਸਾਨੂੰ ਨਵੇਂ ਨੇਮ ਦੀ ਸੱਚਾਈ ਸਿਖਾਉਂਦੇ ਹਨ। ਇਸ ਲਈ ਸਾਨੂੰ ਇਸ ਸੱਚਾਈ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ ਅਤੇ ਨਾ ਹੀ ਇਸ ਨੂੰ ਅਣਡਿੱਠਾ ਕਰਨਾ ਚਾਹੀਦਾ ਹੈ। ਉਹ ਦਿਨ ਜਦੋਂ ਅਸੀਂ ਸਦੀਪਕ ਸਵਰਗ ਦੇ ਰਾਜ ਵਿੱਚ ਵਾਪਿਸ ਆਵਾਂਗੇ, ਉਹ ਨੇੜੇ ਆ ਰਿਹਾ ਹੈ। ਉਹ ਸਾਰੇ ਜੋ ਇਸ ਨਵੇਂ ਨੇਮ ਵਿੱਚ ਹਨ, ਨਵੇਂ ਨੇਮ ਤੇ ਭਰੋਸਾ ਰੱਖਦੇ ਹਨ ਅਤੇ ਪਿਤਾ ਅਤੇ ਮਾਤਾ ਦੇ ਬਲੀਦਾਨਾਂ ਦੀਆਂ ਵਡਿਆਈਆਂ ਕਰਦੇ ਹਨ, ਉਹ ਨਵੇਂ ਨੇਮ ਦੇ ਸੇਵਕ ਹਨ। ਜਦੋਂ ਅਸੀਂ ਨਵੇਂ ਨੇਮ ਦੇ ਸੇਵਕ ਹੁੰਦੇ ਹਾਂ ਤਦ ਅਸੀਂ ਸਿਰਫ ਇਹ ਪ੍ਰਚਾਰ ਨਹੀਂ ਕਰਦੇ ਕਿ ਸਬਤ ਦਾ ਦਿਨ ਸ਼ਨੀਵਾਰ ਹੈ। ਪਸਾਹ ਪਹਿਲੇ ਮਹੀਨੇ ਦਾ 14ਵਾਂ ਦਿਨ ਹੈ। ਸਾਨੂੰ ਇਹ ਕਹਿੰਦੇ ਹੋਏ ਸਾਰੀ ਮਨੁੱਖ ਜਾਤੀ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ। ਬਲੀਦਾਨ ਦਾ ਨੇਮ ਜੋ ਪਿਤਾ ਅਤੇ ਮਾਤਾ ਦੇ ਲਹੂ ਨਾਲ ਸਥਾਪਿਤ ਹੋਇਆ, ਸਬਤ, ਫਸਾ, ਤੁਰੀ ਵਜਾਨ ਦਾ ਪਰਵ ਅਤੇ ਹੋਰ ਸਾਰੇ ਪਰਵ ਹਨ। ਜੇਕਰ ਇਹ ਬੱਕਰੀ ਅਤੇ ਮਾਦਾ ਭੇਡਾਂ ਦਾ ਬਲੀਦਾਨ ਨਹੀਂ ਹੁੰਦਾ ਤਦ ਅੱਜ ਸਾਡੇ ਸਾਰਿਆਂ ਦੇ ਪਾਪਾਂ ਦਾ ਪ੍ਰਾਸ਼ਚਿਤ ਕਦੇ ਨਹੀਂ ਹੁੰਦਾ। ਹਾਲਾਂਕਿ ਅਸੀਂ ਜੋ ਵੀ ਦੇਖ ਸਕਦੇ ਹਾਂ ਉਸ ਦੁਆਰਾ ਲਗਾਤਾਰ ਪਰਮੇਸ਼ਰ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਹੋਰ ਚੀਜ਼ਾਂ ਉੱਤੇ ਨਿਰਭਰ ਨਹੀਂ ਹੋਣਾ ਚਾਹੀਦਾ ਕਿਉਂਕਿ ਪਰਮੇਸ਼ਰ ਨੇ ਪਹਿਲਾਂ ਤੋਂ ਹੀ ਸਭ ਕੁਝ ਲਿਖ ਦਿੱਤਾ ਹੈ ਅਤੇ ਸਾਨੂੰ ਸਭ ਕੁਝ ਸਮਝਾ ਦਿੱਤਾ ਹੈ। ਇਸ ਰਾਹੀਂ ਆਓ ਅਸੀਂ ਇਹ ਸੋਚਦੇ ਹੋਏ ਪਰਮੇਸ਼ਰ ਮੇਰੇ ਲਈ ਬਲੀਦਾਨ ਦੇ ਇਸ ਰਾਸਤੇ ਉੱਤੇ ਚੱਲੇ ਹਨ, ਆਪਣੇ ਆਪ ਨੂੰ 10 ਵਾਰ ਜਾਂ 100 ਵਾਰ ਯਾਦ ਕਰਵਾਈਏ। ਸਾਨੂੰ ਜਾਣਨਾ ਚਾਹੀਦਾ ਹੈ ਕਿ ਇੱਕ ਦਿਨ ਦਾ ਦੁੱਖ ਔਖਾ ਹੁੰਦਾ ਹੈ ਅਤੇ 1 ਸਾਲ ਦਾ ਦੁੱਖ ਔਖਾ ਹੁੰਦਾ ਹੈ, ਪਰ ਨਵਾਂ ਨੇਮ 1500 ਸਾਲਾਂ ਦੇ ਦੁੱਖਾਂ ਦੁਆਰਾ ਸਥਾਪਿਤ ਕੀਤਾ ਗਿਆ ਸੀ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਨਵੇਂ ਨੇਮ ਦੀ ਸੱਚਾਈ ਰਾਤੋਂ ਰਾਤ ਨਹੀਂ ਬਣਾਈ ਗਈ ਸੀ।
ਇਸ ਨੂੰ ਦੇਣ ਲਈ ਇਸ ਵਿੱਚ ਪਿਤਾ ਦਾ ਬਲੀਦਾਨ ਪਾਇਆ ਗਿਆ ਸੀ ਅਤੇ ਮਾਤਾ ਦੇ ਬਲੀਦਾਨ ਨੇ ਇਸ ਦੀ ਕੀਮਤ ਚੁਕਾਈ। ਕੀਮਤ ਚੁਕਾਏ ਬਿਨਾ ਕੋਈ ਵੀ ਨਵਾਂ ਨੇ ਮੁੱਲ ਨਹੀਂ ਲੈ ਸਕਦਾ ਸੀ। ਇਸ ਤਰ੍ਹਾਂ ਇਹ ਆਤਮਿਕ ਤੌਰ ਤੇ ਬਣਤਰ ਹੈ। ਜੇਕਰ ਤੁਸੀਂ ਇੱਕ ਨਵਾਂ ਘਰ ਖਰੀਦਣ ਜਾ ਰਹੇ ਹੋ ਤਦ ਤੁਹਾਨੂੰ ਇੱਕ ਨਿਸ਼ਚਿਤ ਅਗਾਊ ਭੁਗਤਾਨ ਜਮ੍ਹਾਂ ਕਰਨ ਲਈ ਆਪਣੀ ਸਾਰੀ ਬਚਤ ਸਮਾਪਤ ਕਰਨੀ ਹੋਵੇਗੀ। ਫਿਰ ਤੁਸੀਂ ਉਸ ਨਵੇਂ ਘਰ ਨੂੰ ਖਰੀਦਣ ਲਈ ਲੋੜੀਂਦੇ ਪੈਸੇ ਦਾ ਭੁਗਤਾਨ ਕਰ ਸਕਦੇ ਹੋ। 1500 ਸਾਲਾਂ ਦੀ ਥਕਾਨ ਵਾਲੀ ਮਿਆਦ ਲਈ ਅਣਗਿਣਤ ਵਾਰ ਜੀਵਨ ਤੋਂ ਮੌਤ ਨੂੰ ਪਾਰ ਕਰਕੇ ਕੀਮਤ ਚੁਕਾਉਣ ਦੁਆਰਾ ਨਵੇਂ ਨੇਮ ਨੂੰ ਪ੍ਰਾਪਤ ਕੀਤਾ ਗਿਆ ਸੀ। ਇਸ ਲਈ ਜਦੋਂ ਪਰਮੇਸ਼ਵਰ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਬਣਾਇਆ ਤਦ ਉਹਨਾਂ ਨੇ ਕੀ ਕਿਹਾ ਕਿ ਇਹ ਨਹੀਂ ਲਿਖਿਆ ਹੈ ਕਿ ਪਰਮੇਸ਼ਵਰ ਨੇ ਸਾਨੂੰ ਯੋਗ ਠਹਿਰਾਇਆ ਹੈ। ਨਵੇਂ ਨੇਮ ਦੀਆਂ ਸਾਰੀਆਂ ਸੰਤਾਨਾਂ ਨੂੰ ਇਹ ਜਾਣਨਾ ਚਾਹੀਦਾ ਹੈ ਅਤੇ ਪਵਿੱਤਰ ਪਰਵ, ਤੁਰੀ ਵਜਾਉਣ ਦਾ ਪਰਵ, ਪ੍ਰਾਸ਼ਚਿਤ ਦਾ ਦਿਨ ਅਤੇ ਡੇਰਿਆਂ ਦਾ ਪਰਵ ਮਨਾਉਣਾ ਚਾਹੀਦਾ ਹੈ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ। ਆਓ ਅਸੀਂ ਨਵੇਂ ਨੇਮ ਦੀਆਂ ਸਾਰੀਆਂ ਕੀਮਤੀ ਵਿਧੀਆਂ ਅਤੇ ਵਿਵਸਥਾਵਾਂ ਉੱਤੇ ਧਿਆਨ ਦੇਈਏ ਜੋ ਪਰਮੇਸ਼ਵਰ ਨੇ ਸਾਨੂੰ ਦਿੱਤੀਆਂ ਹਨ ਅਤੇ ਇਸ ਗੱਲ ਉੱਤੇ ਵਿਚਾਰ ਕਰੀਏ ਕਿ ਨਵਾਂ ਨੇਮ ਬਲੀਦਾਨ ਦੇ ਬਿਨਾਂ ਸਥਾਪਿਤ ਨਹੀਂ ਹੋਇਆ ਸੀ। ਆਓ ਅਸੀਂ ਉਹਨਾਂ ਸਾਰੇ ਪਾਪਾਂ ਦਾ ਜੋ ਅਸੀਂ ਸਵਰਗ ਵਿੱਚ ਪਰਮੇਸ਼ਵਰ ਦੇ ਵਿਰੁੱਧ ਕੀਤੇ ਹਨ ਤੇ ਇਸ ਧਰਤੀ ਉੱਤੇ ਪਰਮੇਸ਼ਵਰ ਨੂੰ ਨਾ ਪਹਿਚਾਨਣ, ਉਹਨਾਂ ਦੀ ਇੱਛਾ ਦੇ ਵਿਰੁੱਧ ਜਾਣ ਅਤੇ ਆਪਣੀ ਅਨਆਗਿਆਕਾਰੀਤਾ ਲਈ ਪ੍ਰਾਸ਼ਚਿਤ ਕਰੀਏ। ਮੈਂ ਸਵਰਗੀ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਸ ਪਰਵ ਦੁਆਰਾ ਆਪਣੇ ਸਾਰੇ ਪਾਪਾਂ ਤੋਂ ਪੂਰੀ ਤਰ੍ਹਾਂ ਪ੍ਰਾਸ਼ਚਿਤ ਕਰਨ ਲਈ ਕਹਿੰਦਾ ਹਾਂ ਤਾਂ ਜੋ ਅਸੀਂ ਸਦੀਪਕ ਸਵਰਗ ਦੇ ਰਾਜ ਵਿੱਚ ਵਾਪਸ ਜਾ ਸਕੀਏ। ਇਸ ਦੁਆਰਾ ਮੈਂ ਇਸ ਉਪਦੇਸ਼ ਨੂੰ ਸਮਾਪਤ ਕਰਨਾ ਚਾਹਾਂਗਾ। ਤੁਹਾਡਾ ਬਹੁਤ ਬਹੁਤ ਧੰਨਵਾਦ।